मरने ते क्या डरपना, मरने ते क्या डरपना, मरने ते क्या डरपना, मरने ते क्या डरपना। जो हास गौरा लीना, जो हास गौरा लीना, हाथ संगोरा लीना, हाथ संगोरा लीना, हाथ संगौरा लीना, हाथ संगौरा लीना, संगौरा लीना, हाथ संगौरा लीना। धन धन सच्चे साहिब, ਸਾਹਿਬ ਕਰੁਣਾ ਨਿਧਾਨ ਸ਼੍ਰੀ ਗੁਰੂ ਗ੍ਰੰਥ ਮਹਾਰਾਜ ਜੀ ਦੀ ਪਾਵਨ ਗੋਦ ਦੇ ਅੰਦਰ ਬੜੇ ਹੀ ਪਿਆਰ ਅਤੇ ਪ੍ਰੇਮ ਭਾਵਨਾ ਦੇ ਨਾਲ ਜੁੜ ਬੈਠੇ ਗੁਰੂ ਖਾਲਸਾ ਜੀਓ, ਚੱਲ ਰਹੀ ਇਤਿਹਾਸ ਦੀ ਲੜੀ ਨੂੰ ਅੱਗੇ ਸਾਂਝਾ ਕਰਦੇ ਹਾਂ। ਆਪ ਜਿੰਨੇ ਵੀ ਗੁਰੂ ਕੇ ਪਿਆਰ ਵਾਲੇ ਇੱਥੇ ਜੁੜ ਬੈਠੇ ਹੋ, ਇੱਕ ਵਾਰ ਸਭਨਾਂ ਨੇ ਗੁਰੂ ਕਲਗੀਧਰ ਮਹਾਰਾਜ ਜੀ ਦੀ ਬਖਸ਼ੀ ਹੋਈ ਫਤਿਹ ਸਾਂਝੀ ਕਰਨੀ, ਗੱਜ ਵੱਜ ਕੇ ਕਹਿਣਾ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਕਲਗੀਧਰ ਸੱਚੇ ਪਾਤਸ਼ਾਹ ਮਹਾਰਾਜ ਤੇ ਉਹਨਾਂ ਦੇ ਨਾਲ ਉਹਨਾਂ ਦੇ ਦੋ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਅਤੇ ਨਾਲ ਕੋਈ 40 ਕੁ ਸਿੰਘ, ਇਹਨਾਂ ਸਿੰਘਾਂ ਦਾ ਜਥਾ ਕੋਟਲਾ ਨਿਹੰਗ ਖਾਂ ਦਾ ਘਰ ਸੀ ਕੋਟਲੇ, ਉੱਥੇ ਠਹਿਰੇ, ਰਾਤ ਉੱਥੇ ਗੁਜ਼ਾਰੀ। ਉੱਥੇ ਵੀ ਕਿਸੇ ਨੇ ਸੂਹ ਦੇ ਦਿੱਤੀ ਰੋਪੜ ਦੇ ਕੋਤਵਾਲ ਨੂੰ, ਤਾਂ ਉੱਥੋਂ ਸਤਿਗੁਰੂ ਜੀ ਨਿਹੰਗ ਖਾਂ ਦੇ ਪੁੱਤਰ ਆਲਮ ਖਾਂ, ਨਿਹੰਗ ਖਾਂ ਦਾ ਪੁੱਤਰ ਸੀ ਆਲਮ ਖਾਂ, ਜਿਸ ਦੇ ਵਿਆਹ ਵਿੱਚ ਵੀ ਗੁਰੂ ਕਲਗੀਧਰ ਮਹਾਰਾਜ ਆਏ ਸਨ, ਉਹ ਨਾਲ ਤੁਰਿਆ। ਕਹਿੰਦਾ ਮਹਾਰਾਜ ਮੈਂ ਤੁਹਾਨੂੰ ਸਰਦੀਆਂ ਦੇ ਦਿਨ ਨੇ, ਇਸ ਇਲਾਕੇ ਦਾ ਭੇਤੀ ਹਾਂ, ਇਸ ਇਲਾਕੇ ਦੇ ਚੱਪੇ ਚੱਪੇ ਦਾ ਮੈਨੂੰ ਪਤਾ ਹੈ, ਮੈਂ ਤੁਹਾਡੇ ਨਾਲ ਚੱਲਦਾ, ਮੈਂ ਤੁਹਾਡੀ ਅਗਵਾਈ ਕਰਦਾ ਹਾਂ। ਤੁਸੀਂ ਦੇਖੋ, ਇੱਕ ਉਹ ਵੀ ਬੰਦੇ ਨੇ ਜਿਹੜੇ ਗੁਰੂ ਕਲਗੀਧਰ ਮਹਾਰਾਜ ਜੀ ਦਾ ਰਾਹ ਰੋਕ ਰਹੇ ਨੇ, ਤੇ ਉਹ ਵੀ ਬੰਦੇ ਨੇ ਜਿਹੜੇ ਕਹਿ ਰਹੇ ਨੇ ਸੱਚੇ ਪਾਤਸ਼ਾਹ ਪਿੱਛੇ ਪਿੱਛੇ ਤੁਸੀਂ ਆਓ, ਅੱਗੇ ਅੱਗੇ ਅਸੀਂ ਚੱਲਦੇ ਹਾਂ। ਭਾਵ ਦੁਨੀਆ ਦੇ ਵਿੱਚ ਦੋ ਚੀਜ਼ਾਂ ਇਕੱਠੀਆਂ ਚੱਲਦੀਆਂ ਨੇ ਜਿਨ੍ਹਾਂ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਹੈ। ਧਿਆਨ ਦੇਣਾ ਜੀ, ਇਸ ਗੱਲ ਨੂੰ ਸਮਝਣਾ। ਇਹ ਗੱਲ ਸਾਡੇ ਇਸ ਸਰੀਰ ਤੋਂ ਲੈ ਕੇ ਪਰਿਵਾਰ ਤੋਂ ਲੈ ਕੇ ਸਮਾਜ ਤੋਂ ਲੈ ਕੇ ਪਿੰਡ ਅਤੇ ਪਿੰਡ ਤੋਂ ਲੈ ਕੇ ਸ਼ਹਿਰ ਤੋਂ ਲੈ ਕੇ ਇੱਕ ਰਾਜ ਤੇ ਇੱਕ ਦੇਸ਼ ਤੇ ਇਸ ਸੰਸਾਰ ਵਿੱਚ ਵਿਚਰ ਰਹੀ ਹੈ। ਉਹ ਕੀ ਹੈ? ਗੁਰੂ ਮਹਾਰਾਜ ਕਹਿੰਦੇ ਇਹ ਸੰਸਾਰ ਇੱਕ ਰੁੱਖ ਹੈ। ਜਿਵੇਂ ਰੁੱਖ ਨੂੰ ਫਲ ਲੱਗਦੇ ਨੇ, ਕੁਝ ਫਲ ਰੁੱਖ ਦੇ ਚੰਗੇ ਹੁੰਦੇ ਨੇ, ਪਰ ਇਹਦਾ ਮਤਲਬ ਨਹੀਂ ਸਾਰੇ ਹੀ ਚੰਗੇ ਹੋਣ। ਕੁਝ ਐਸੇ ਵੀ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਕੀੜੇ ਵੀ ਹੁੰਦੇ ਨੇ, ਕੁਝ ਐਸੇ ਵੀ ਹੁੰਦੇ ਨੇ ਜਿਹੜੇ ਬੇਸਵਾਦੇ ਹੁੰਦੇ ਨੇ, ਕੁਝ ਐਸੇ ਵੀ ਹੁੰਦੇ ਨੇ ਜਿਹੜੇ ਖੱਟੇ ਹੁੰਦੇ ਨੇ, ਤੇ ਕੁਝ ਐਸੇ ਵੀ ਹੁੰਦੇ ਨੇ ਜਿਹੜੇ ਨਾ ਪੱਕੇ ਨਾ ਕੱਚੇ ਅੱਧ ਵਿੱਚ ਡਿੱਗ ਜਾਂਦੇ ਨੇ। ਇਸੇ ਕਰਕੇ ਸਤਿਗੁਰੂ ਜੀ ਕਹਿੰਦੇ ਬਾਣੀ 'ਚ, ਇਹ ਸੰਸਾਰ ਇੱਕ ਰੁੱਖ ਹੈ, ਇਸ ਰੁੱਖ ਨੂੰ ਫਲ ਲੱਗੇ ਨੇ ਤੇ ਦੋ ਤਰ੍ਹਾਂ ਦੇ ਫਲ ਲੱਗੇ ਨੇ, ਕੁਝ ਤੇ ਅੰਮ੍ਰਿਤ ਰੂਪੀ ਨੇ ਭਾਵ ਚੰਗੇ ਨੇ, ਤੇ ਕੁਝ ਜ਼ਹਿਰ ਰੂਪੀ ਨੇ ਭਾਵ ਮਾੜੇ ਨੇ। ਪਾਤਸ਼ਾਹ ਦਾ ਵਚਨ ਹੈ, ਕਹਿਣ ਲੱਗੇ ਸੰਸਾਰ ਬਿਰਖ ਕੋ ਦੋਏ ਫਲ ਲਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਉਹ ਦੋ ਫਲ ਕਿਹੜੇ ਨੇ? ਇੱਕ ਜ਼ਹਿਰ ਤੇ ਇੱਕ ਅੰਮ੍ਰਿਤ। ਭਾਵ ਇੱਥੇ ਚੰਗਿਆਂ ਦੀ ਵੀ ਕੋਈ ਘਾਟ ਨਹੀਂ, ਉਹ ਪੁੱਜ ਕੇ ਇੰਨੇ ਕੁ ਚੰਗੇ ਨੇ, ਉਹਨਾਂ ਦੀ ਜ਼ਬਾਨ ਨਾਲ ਸਿਫਤ ਨਹੀਂ ਕੀਤੀ ਜਾ ਸਕਦੀ। ਆਪਾਂ ਜਪਜੀ ਸਾਹਿਬ ਪੜ੍ਹਦੇ ਹਾਂ, ਪਾਤਸ਼ਾਹ ਕਹਿੰਦੇ ਨੇ ਮੰਨੇ ਕੀ ਗੱਤ, ਹਾਂਜੀ ਮੰਨੇ ਕੀ ਗੱਤ ਕਹੀ ਨਾ ਜਾਏ। ਇਹ ਚੰਗਿਆਂ ਦੀ ਗੱਲ ਹੈ। ਕਹਿੰਦੇ ਚੰਗੇ ਕਿੰਨੇ ਕਲੇ ਤੁਸੀਂ ਬਿਆਨ ਨਹੀਂ ਕਰ ਸਕਦੇ, ਜੇ ਕੋ ਕਹੈ ਪਿੱਛੇ ਪਛਤਾਏ। ਪਰ ਜੇ ਬੁਰਿਆਂ ਦੀ ਗੱਲ ਚੱਲੀ ਤਾਂ ਪਾਤਸ਼ਾਹ ਕਹਿਣ ਲੱਗੇ ਇੱਥੇ ਬੁਰੇ ਵੀ ਬੜੇ ਨੇ। ਉਹਨਾਂ ਦਾ ਵੀ ਉਹ ਕਿੰਨੇ ਕੁ ਬੁਰੇ ਨੇ? ਪਾਤਸ਼ਾਹ ਕਹਿੰਦੇ ਮੇਰੇ ਕੋਲ ਲਫ਼ਜ਼ ਖਤਮ ਹੋ ਜਾਂਦੇ ਨੇ। ਅਸੰਖ ਮੂਰਖ ਅੰਧ ਘੋਰ, ਅਸੰਖ ਚੋਰ ਹਰਾਮ ਖੋਰ, ਅਸੰਖ, ਇਹ ਅਸੰਖ ਨੇ ਇਹੋ ਜਿਹੇ। ਖੈਰ ਚੰਗਿਆਂ ਦੀ ਵੀ ਕੋਈ ਘਾਟ ਨਹੀਂ ਤੇ ਮਾੜਿਆਂ ਦੀ ਵੀ ਕੋਈ ਘਾਟ ਨਹੀਂ। ਚੰਗਿਆਂ ਦੇ ਵਿੱਚ ਨਿਹੰਗ ਖਾਂ ਦਾ ਨਾਮ ਆਇਆ, ਉਹਦੇ ਪੁੱਤ ਦਾ ਨਾਮ, ਉਹਦੀ ਧੀ ਦਾ ਨਾਮ ਆਇਆ, ਉਹਦੀ ਨੂੰਹ ਦਾ ਨਾਮ ਆਇਆ, ਉਹਦੀ ਘਰਵਾਲੀ ਦਾ ਨਾਮ ਆਇਆ, ਉਹ ਨਾਲ ਤੁਰਿਆ।
ਉਹ ਨਾਲ ਤੁਰ ਕੇ ਅੱਗੇ ਪਿੰਡ ਆਇਆ ਲਖਮੀਪੁਰ। ਉੱਥੋਂ ਤੱਕ ਗੁਰੂ ਮਹਾਰਾਜ ਦੇ ਨਾਲ ਗਿਆ। ਅੱਗੇ ਮਹਾਰਾਜ ਕਹਿਣ ਲੱਗੇ, ਭਾਈ ਤੂੰ ਵਾਪਸ ਘਰੇ ਚਲਾ ਜਾ, ਤੇਰਾ ਸਾਡੇ ਨਾਲ ਹੋਣਾ ਚੰਗਾ ਨਹੀਂ ਹੈ। ਇਹ ਨਾ ਹੋਵੇ ਕਿਤੇ ਹਕੂਮਤ ਤੇਰੇ ਤੇ ਵੀ ਸਾਡੇ ਕਰਕੇ ਜ਼ਬਰ ਕਰ ਦਵੇ, ਤੂੰ ਵਾਪਸ ਆਪਣੇ ਘਰੇ ਚਲਾ ਜਾ। ਤੇਰੇ ਘਰੇ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਦੇ ਵਿੱਚ ਪਿਆ ਹੋਇਆ, ਤੂੰ ਜਾ ਕੇ ਉਹਦੀ ਦੇਖ ਰੇਖ ਕਰ। ਉਥੋਂ ਇਹ ਵਾਪਸ ਆਪਣੇ ਘਰੇ ਆ ਗਿਆ। ਸਤਿਗੁਰੂ ਜੀ ਲਖਮੀਪੁਰ ਪਿੰਡ ਤੋਂ ਬਾਮਣ ਮਾਜਰਾ ਤੇ ਬੂਰ ਮਾਜਰਾ, ਇਹ ਦੋ ਪਿੰਡ ਆਉਂਦੇ ਨੇ। ਬੂਰ ਮਾਜਰੇ ਪਹੁੰਚੇ ਨੇ। ਇੰਨੀ ਦੇਰ ਨੂੰ ਉੱਥੇ ਜਿਹੜਾ ਹੈ ਇੱਕ ਖੂਹ ਵਿਖਾਈ ਦਿੱਤਾ ਹੈ। ਸਤਿਗੁਰੂ ਜੀ ਨੇ ਆਪਣਾ ਸਾਰਾ ਜਿਹੜਾ ਜਥਾ ਹੈ ਉਸ ਖੂਹ ਦੇ ਲਾਗੇ ਰੋਕ ਦਿੱਤਾ। ਸਾਰਿਆਂ ਨੂੰ ਆਖਿਆ, ਭਾਈ ਇੱਥੋਂ ਜਲ ਪਾਣੀ ਪੀ ਲਓ, ਮੂੰਹ ਧੋ ਲਓ, ਹੋਰ ਜਿੰਨੇ ਜੋ ਕਿਰਿਆ ਕਰਨੀ ਹੈ ਸਰੀਰ ਦੀ ਕਰ ਲਓ, ਕਿਆ ਪਤਾ ਅੱਗੇ ਸਾਡਾ ਵਾਹ ਕਿਹਨਾਂ ਦੇ ਨਾਲ ਪੈਣਾ। ਉੱਥੇ ਖੂਹ ਤੇ ਰੁਕੇ। ਉੱਥੇ ਗੁਰੂ ਮਹਾਰਾਜ ਨੇ ਵੀ ਆਪਣਾ ਜਲ ਛਕਿਆ, ਸਿੰਘਾਂ ਨੇ ਵੀ ਜਲ ਛਕਿਆ। ਇੰਨੇ ਚਿਰ ਨੂੰ ਉਹਨਾਂ ਦਿਨਾਂ ਦੇ ਵਿੱਚ ਪਿੰਡਾਂ ਦੇ ਵਿੱਚ ਸੂਈਏ ਫਿਰ ਰਹੇ ਸਨ। ਇਹਨੂੰ ਥੋੜਾ ਜਿਹਾ ਹੁਣ ਸਮਝਿਓ। ਸੂਈਏ ਦਾ ਅਰਥ ਹੁੰਦਾ ਹੈ, ਅੱਜ ਵੀ ਉਹ ਸੂਈਏ ਨੇ। ਸਾਡੇ ਪਿੰਡਾਂ ਦੀ ਰੋਜ਼ ਦੀ ਰਿਪੋਰਟ ਜਿਹੜਾ ਸਾਡੀ ਸਰਕਾਰ ਦਾ ਗ੍ਰਹਿ ਮੰਤਰਾਲੇ ਹੈ ਉੱਥੋਂ ਤੱਕ ਜਾਂਦੀ ਹੈ। ਜਿਹੜੇ ਸੱਜਣ ਵਾਕਫ ਹੋਣ ਉਹਨਾਂ ਨੂੰ ਪਤਾ ਹੋਵੇਗਾ ਇਸ ਗੱਲ ਦਾ ਕਿ ਪਿੰਡ 'ਚ ਕੀ ਗਤੀਵਿਧੀਆਂ ਹੋ ਰਹੀਆਂ ਨੇ, ਸ਼ਹਿਰ 'ਚ ਕੀ ਗਤੀਵਿਧੀਆਂ ਹੋ ਰਹੀਆਂ ਨੇ। ਉਹਨਾਂ ਦਿਨਾਂ ਵਿੱਚ ਵੀ ਸਰਕਾਰ ਨੇ ਸੂਈਏ ਛੱਡੇ ਹੋਏ ਸਨ, ਜਿਨ੍ਹਾਂ ਦਾ ਕੋਈ ਖਾਸ ਰੰਗ ਰੂਪ ਰੇਖ ਨਹੀਂ ਸੀਗਾ। ਕੋਈ ਉਹਨੂੰ ਪਹਿਚਾਣ ਨਹੀਂ ਸੀ ਸਕਦਾ ਕਿ ਇਹ ਸਰਕਾਰ ਦਾ ਸੂਈਆ ਹੈ, ਇਹ ਖਬਰੀ ਹੈ। ਇਵੇਂ ਸਾਡੇ ਪਿੰਡਾਂ 'ਚ ਵੀ ਲੋਕ ਹੁੰਦੇ ਨੇ। तो उस सूये ने आके गुरु महाराज के सामने नमस्कार की। कहते महाराज मैं एक खबरी हाँ। जदों उन्हें ये गल कही सारे हके बके रह गए कि ये एक सूया साडे विच पहुंचे है, किते जाके खबर ना देवे। पर उन्हें आके गुरु कलगीधर महाराज के चरणों ते मत्था टेक दिता। कहते महाराज है सरकार दा सूइया हाँ, पर मैनू इस गल दा पता है कि ठीक की है ते गलत की है। मैं इस इलाके की खबर रख रहा हाँ, इस करके मैं तुहानू बेनती करनी चाहांगा, तुसी जिन्नी जल्दी हो सकता है इथों चले जाओ, इथों अगाह चले जाओ। इत्थे हुणे ही फौज पहुंचण वाली है, वो फौज मगरे आ रही है ते मैं उन्हां नू जाके इतलाह करांगा, वो किसी होर बने तुरे जाएगी। सतगुरु जी ने उथों उसे वेले अपनी वहीर लई ते अगे एक बाग चमकौर पिंड आ गया। चमकौर पिंड जिन्हों असीं अज चमकौर साहब कहने हैं, उस पिंड की जू विच पहुंच गए। एक संघना बाग सीगा, उस बाग दे विच चले गए। अज गुरु महाराज इत्थे पहली वारी नहीं आए। मैं ये गल इस करके दोहरा रहा, इन्हां सारियां पिंडां दे विच सतगुरु जी बड़ी वार आए हैं। जिवें कल भी मैं जिक्र कीता सी कि निहंग खां दे घरे गुरु महाराज पहली वारी नहीं आए, चौथी वार आए ने। इवें इस चमकौर दे इलाके विच सतगुरु जी पहलां आए सन, जदों वो इत्थे साडे कुरुक्षेत्र आए सन। इस इलाके उन्हां नूं उस इलाके का पता सी, उत्थे बहुत सारे उन्हां दे श्रद्धालु सन। जदों पिंड दे विच पिंड दे एक मुखी सिंह नूं, जिहदा नाम भाई बुद्धि चंद है, उहनूं पता लगा कि बाहर जू दे विच गुरु कलगीधर महाराज आए हुए ने। वो भजा भजा उत्थे गया, जाके हथ जोड़े चरनां ते नमस्कार कीती। कहंदे महाराज मेरे वड्डे भाग होणगे, तुसीं किते मेरे घरे चलो, मेरी हवेली दे विच पैर पाओ, मेरी हवेली दे विच जाके अपने चरण पाओ। तुसीं वेखो दो गल्लां नाल चल रहीआं। एक बन्ने सरकार ने ढंडोरा पटवाया होया है कि जे किसी ने गुरु कलगीधर महाराज उन्हां दे परिवार ते उन्हां दे बच्चियां दी मदद कीती, उन्हां नूं सजा दित्ती जाएगी अते जे कोई उन्हां दी खबर दिंदा है उन्हां नूं इनाम दित्ता जाएगा। पर फिर भी लोग अपनी जान हथेली ते धर के गुरु घर दी मदद कर रहे हैं, गुरु घर दी मिदाद कर रहे हैं। उस बुद्धि चंद ने सारे जथे नूं अपने नाल लिया ते अपनी हवेली जिन्हों असीं गढ़ी चमकौर दी कहने हैं, उस हवेली दे अंदर ले गया। इतिहास ने इत्थे तक लिखिया है कि ਸਿੰਘਾਂ ਦੇ शरीर ਜਿਹੜੇ ਹਨ ਉਹ ਜ਼ਖਮਾਂ ਦੇ ਨਾਲ ਛਲਣੇ ਹੋਏ ਪਏ ਸਨ। ਸਿਆਲ ਦੀ ਸੱਟ ਕਿੰਨੀ ਬੁਰੀ ਹੁੰਦੀ ਹੈ ਇਹ ਤੁਸੀਂ ਸਾਰੇ ਜਾਣਦੇ ਹੋ। ਇੱਕ ਸੱਟ ਹੁੰਦੀ ਹੈ ਬਾਹਰ ਦੀ, ਇੱਥੇ ਸਿੱਖਾਂ ਨੂੰ ਦੋ ਸੱਟਾਂ ਵੀ ਵੱਜੀਆਂ ਸਨ ਤੇ ਉਹਨਾਂ ਦੇ ਸਰੀਰ ਦੇ ਘਾਵ, ਤਲਵਾਰਾਂ ਦੇ ਘਾਵ, ਤੀਰਾਂ ਦੇ ਘਾਵ, ਪਤਾ ਨਹੀਂ ਕਿਹੜੇ ਕਿਹੜੇ ਘਾਵ ਲੱਗੇ ਹੋਏ ਸਨ। ਉਹਨਾਂ ਦੇ ਸਰੀਰਾਂ ਵਿੱਚੋਂ ਖੂਨ ਵਹਿ ਰਿਹਾ ਸੀ। ਉਹਨਾਂ ਦੇ ਪੈਰ ਤੁਰ ਤੁਰ ਕੇ ਭੱਜ ਭੱਜ ਕੇ ਬੇਹਾਲ ਹੋਏ ਪਏ ਸਨ। ਉਹਨਾਂ ਦੇ ਕੱਪੜੇ ਬੜੇ ਚੰਗੇ ਨਹੀਂ ਸੀ। ਉਹਨਾਂ ਦੇ ਢਿੱਡ ਜਿਹੜੇ ਹਨ ਉਹ ਖਰਾਕ ਤੇ ਭੁੱਖੇ ਸਨ। ਉਹਨਾਂ ਦੇ ਦਿਮਾਗ
ਅਸੀਂ ਆਪ ਬਚ ਕੇ ਕਿਵੇਂ ਕੱਢਣਾ ਤੇ ਗੁਰੂ ਕਲਗੀਧਰ ਮਹਾਰਾਜ ਨੂੰ ਕਿਵੇਂ ਕੱਢਣਾ। ਸੋ ਆਪਣੀ ਹਵੇਲੀ ਵਿੱਚ ਲੈ ਗਿਆ, ਉਹਨੇ ਸਾਰੇ ਸਿੰਘਾਂ ਨੂੰ ਜਲ ਪਾਣੀ ਛਕਾਇਆ, ਉਹਨੇ ਆਪਣੇ ਹੱਥਾਂ ਦੇ ਨਾਲ ਜਿੰਨਾ ਉਹਦਾ ਕੋਲ ਸਰ ਬਣਿਆ ਸਾਰੇ ਸਿੰਘਾਂ ਦੀ ਮਲਮ ਪੱਟੀ ਕੀਤੀ। ਇਹ ਰਾਤ ਗੁਰੂ ਮਹਾਰਾਜ ਜੀ ਨੇ ਉਸ ਬੁੱਧੀ ਚੰਦ ਦੀ ਹਵੇਲੀ ਚਮਕੌਰ ਦੀ ਗੜੀ ਦੇ ਵਿੱਚ ਗੁਜ਼ਾਰੀ ਅਤੇ ਉੱਥੋਂ ਦੀ ਜਿਹੜੀ ਘੇਰਾਬੰਦੀ ਹੈ ਉਹ ਕਰ ਲਈ। ਸਾਰੀ ਗਿਣਤੀ 45 ਕੁ ਸਿੰਘਾਂ ਦੀ ਹੈ। ਇਹਨੇ ਨੂੰ ਪਤਾ ਲੱਗ ਗਿਆ ਸਰਕਾਰ ਨੂੰ ਕਿ ਗੁਰੂ ਕਲਗੀਧਰ ਮਹਾਰਾਜ ਚਮਕੌਰ ਪਿੰਡ ਵੱਲ ਪਹੁੰਚੇ ਹੋਏ ਨੇ, ਇੱਥੇ ਆ ਗਏ ਨੇ ਸਰਕਾਰ ਨੇ, ਤੇ ਉਹ ਪਹਾੜੀ ਰਾਜੇ ਤੇ ਮੁਗਲ ਦਰਬਾਰੀਆਂ ਦੀਆਂ ਫੌਜਾਂ ਨੇ ਤੇ ਹੋਰ ਇਲਾਕੇ ਦੇ ਗੁਰੂ ਘਰ ਦੇ ਦੁਸ਼ਮਣਾਂ ਨੇ ਚਮਕੌਰ ਦੀ ਗੜੀ ਨੂੰ ਰਾਤੋਂ ਰਾਤ ਘੇਰਾ ਪਾ ਲਿਆ। ਹਰ ਪਾਸੇ ਉਸ ਗੜੀ ਦੇ ਦੁਆਲੇ ਜਿਹੜਾ ਫੌਜ ਹੀ ਫੌਜ ਬੈਠੀ ਹੋਈ ਹੈ ਅਤੇ ਵਿਚਕਾਰੇ ਗੁਰੂ ਕਲਗੀਧਰ ਮਹਾਰਾਜ ਤੇ ਉਹਨਾਂ ਦੇ ਉਹ 45 ਮਾਤੀਵੜੇ ਸਿੰਘ ਬੈਠੇ ਹੋਏ ਨੇ, ਜਿਹੜੇ ਕੱਲ ਸਵੇਰ ਨੂੰ ਜਿਹੜਾ ਅਗਲਾ ਦਿਨ ਚੜ੍ਹਨਾ ਸਵੇਰ ਹੋਣੀ ਹੈ, ਉਹਨਾਂ ਨੇ ਦੁਨੀਆ ਦੀ ਉਹ ਜੰਗ ਲੜਨੀ ਹੈ ਜਿਸ ਜੰਗ ਨੂੰ ਦੁਨੀਆ ਦੇ ਲੋਕ ਜਦੋਂ ਤੱਕ ਇਹ ਧਰਤੀ ਰਹੇਗੀ, ਇਹ ਸੂਰਜ ਰਹੇਗਾ, ਇਹ ਚੰਦਰਮਾ ਰਹੇਗਾ, ਉਸ ਜੰਗ ਨੂੰ ਯਾਦ ਕਰਿਆ ਕਰਨਗੇ, ਚੇਤੇ ਕਰਿਆ ਕਰਨਗੇ, ਉਸ ਜੰਗ ਦੇ ਹਵਾਲੇ ਦਿਆ ਕਰਨਗੇ ਕਿ ਕਦੀ ਇਸ ਤਰ੍ਹਾਂ ਦੇ ਸੂਰਮੇ ਵੀ ਇਸ ਧਰਤੀ ਤੇ ਹੋਏ ਹਨ। ਰਾਤ ਹੋਈ, ਸਾਰੇ ਸਿੰਘਾਂ ਨੇ ਆਰਾਮ ਕੀਤਾ। ਇੱਥੇ ਮੈਂ ਕੁਝ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਚਾਹਾਂਗਾ। ਆ ਜਿਹੜੇ ਕਹਿੰਦੇ ਨੇ ਨਾ ਕੇਸ ਤੇ ਬੋਝ ਨੇ, ਜਿਹੜੇ ਕਹਿੰਦੇ ਨੇ ਵਾਲ ਤੇ ਬੋਝ ਨੇ, ਇਹਨਾਂ ਨੂੰ ਕੀ ਅੰਬ ਲੱਗਣੇ ਨੇ, ਉਹ ਧਿਆਨ ਨਾਲ ਸੁਣ ਲੈਣਾ। ਜਿਹੜੇ ਇਹ ਦਲੀਲ ਦਿੰਦੇ ਨੇ ਕਿ ਇਹਨਾਂ ਨੂੰ ਕੀ ਲੱਗਣਾ ਹੈ, ਇਹ ਚਮਕੌਰ ਦੀ ਗੜੀ ਦੇ ਵਿੱਚ ਬੈਠੇ ਹੋਏ ਸਿੰਘਾਂ ਨੂੰ ਪੁੱਛਿਓ। ਜਿਹੜੇ ਕਹਿੰਦੇ ਨੇ ਉਹਨਾਂ ਨੂੰ ਆਹ ਗੱਲ ਸੁਣਾਇਆ ਕਰੋ, ਆਹ ਗੱਲ ਚੇਤੇ ਕਰਵਾਇਆ ਕਰੋ ਕਿ ਇਹਨਾਂ ਨੂੰ ਕੀ ਲੱਗਣਾ। ਆਓ ਤੁਹਾਨੂੰ ਦੱਸਦੇ ਹਾਂ। ਕਹਿੰਦੇ ਰਾਤ ਹੋਈ, ਇਹੀ ਦਿਨ ਸੀਗਾ, ਇਹੀ ਰਾਤ ਸੀ ਜਦੋਂ ਸਿੱਖਾਂ ਨੇ ਕਹਿੰਦੇ ਥੋੜਾ ਜਿਹਾ ਚੈਨ ਦੇ ਨਾਲ ਸੁੱਤੇ। ਕੁਝ ਸਿੱਖਾਂ ਦੀਆਂ ਡਿਊਟੀਆਂ ਲੱਗ ਗਈਆਂ ਪਹਿਰੇ ਤੇ ਕੁਝ ਸਿੰਘ ਸੌਂ ਗਏ। ਕਹਿੰਦੇ ਉਹਨਾਂ ਨੇ ਢਾਲਾਂ ਨੂੰ ਸਰਾਣੇ ਬਣਾ ਲਏ। ਰਾਤ ਉਨੀਂਦਰਾ ਸੀਗਾ, ਥੱਕੇ ਹੋਏ ਸੀ, ਸਰੀਰ ਟੁੱਟਾ ਹੋਇਆ ਸੀ। ਕਹਿੰਦੇ ਕਈਆਂ ਨੂੰ ਨੀਂਦ ਆ ਗਈ, ਕਈਆਂ ਦੇ ਦਸਤਾਰੇ ਖੁੱਲ ਗਏ, ਕੇਸ ਵਾਲਾ ਜਿਹੜੇ ਸਿਰ ਦੇ ਕੇਸ ਖੁੱਲ ਗਏ। ਕਹਿੰਦੇ ਗੁਰੂ ਕਲਗੀਧਰ ਮਹਾਰਾਜ ਇਸ ਰਾਤ ਸੁੱਤੇ ਨਹੀਂ, ਉਹ ਸਾਰੀ ਰਾਤ ਜਾਗਦੇ ਰਹੇ। ਜਿੱਥੇ ਸਿੰਘ ਪੈਰਾ ਦਿੰਦੇ ਰਹੇ, ਉਹ ਕੱਲੇ ਕੱਲੇ ਸਿੰਘ ਦੇ ਕੋਲ ਜਾ ਕੇ ਦੇਖਦੇ ਰਹੇ, ਉਹਦੇ ਚਿਹਰੇ ਵੱਲ ਤੱਕਦੇ ਰਹੇ। ਇੱਥੇ ਅੱਲਾ ਯਾਰ ਖਾਂ ਜੋਗੀ ਨੇ ਲਿਖਿਆ ਕਿ ਕਦੀ ਉਹ ਬਰਸ਼ੇ ਵਾਲੇ ਦੇ ਕੋਲ ਜਾਂਦੇ ਨੇ, ਉਹਨੂੰ ਝੋਕ ਲੱਗਦੀ ਹੈ, ਸਿਰ ਵੱਜਦਾ, ਉਹ ਫਿਰ ਖੜਾ ਹੋ ਜਾਂਦਾ। ਕਦੀ ਕਿਸੇ ਕਿਰਪਾਨ ਵਾਲੇ ਦੇ ਕੋਲ ਜਾਂਦੇ ਨੇ, ਕਦੀ ਕਿਸੇ ਬੰਦੂਕ ਵਾਲੇ ਦੇ ਕੋਲ ਜਾਂਦੇ ਨੇ ਤੇ ਆਪਣੀਆਂ ਅੱਖਾਂ ਦੇ ਨਾਲ ਵੇਖਦੇ ਨੇ ਕਿ ਇਹ ਕੈਸੇ ਯੋਧੇ ਨੇ, ਇਹ ਕੈਸੇ ਮੁਰੀਦ ਨੇ, ਇਹ ਕੈਸੇ ਮਰਜੀਵੜੇ ਨੇ ਜੋ ਮੇਰੇ ਇੱਕ ਬੋਲਾਂ ਤੇ ਆਪਣਾ ਸਾਰਾ ਕੁਝ ਕੁਰਬਾਨ ਕਰਨ ਲਈ ਤਿਆਰ ਨੇ। ਕਹਿੰਦੇ ਕਈਆਂ ਦੇ ਰਾਤ ਨੂੰ ਕੇਸ ਖੁੱਲ ਗਏ, ਉਹਨੂੰ ਮਿੱਟੀ ਲੱਗ ਗਈ, ਘੱਟਾ ਲੱਗ ਗਿਆ ਕਿਉਂਕਿ ਕੱਚੀ ਹਵੇਲੀ ਸੀਗੀ। ਕਹਿੰਦੇ ਰਾਤ ਗੁਰੂ ਕਲਗੀਧਰ ਮਹਾਰਾਜ ਨੇ ਜਿੰਨਾ ਵੀ ਸਿੰਘਾਂ ਦੇ ਕੇਸ ਖੁੱਲੇ, ਆਪਣੇ ਹੱਥਾਂ ਦੇ ਨਾਲ ਉਹਨਾਂ ਦੇ ਕੇਸਾਂ ਤੇ ਲੱਗੀ ਹੋਈ ਮਿੱਟੀ ਨੂੰ ਝਾੜਿਆ ਤੇ ਉਸ ਮਿੱਟੀ ਨੂੰ ਝਾੜ ਕੇ ਆਪਣੇ ਮੱਥੇ ਦੇ ਨਾਲ ਲਾਇਆ। ਆ ਲੱਗਣਾ ਹੈ ਇਹਨਾਂ ਕੇਸਾਂ ਦਾ, ਆ ਹੈ ਇਹਨਾਂ ਕੇਸਾਂ ਦੀ ਕੀਮਤ। ਕਿ ਗੁਰੂ ਮਹਾਰਾਜ ਨੇ ਪ੍ਰਵਾਨ ਨਹੀਂ ਕੀਤਾ ਕਿ ਮੇਰੇ ਸਿੰਘਾਂ ਦੇ ਕੇਸਾਂ ਨੂੰ ਕਿਤੇ ਧੂੜ ਵੀ ਲੱਗ ਜਾਏ, ਕਿਤੇ ਮਿੱਟੀ ਵੀ ਲੱਗ ਜਾਏ, ਕਿਤੇ ਇਹਨਾਂ ਨੂੰ ਕੋਈ ਗੰਦਗੀ ਦਾ ਜਿਹੜਾ ਕਿਣਕਾ ਵੀ ਛੋ ਜਾਏ। ਉਹਨਾਂ ਨੇ ਕਹਿੰਦੇ ਉਹ ਮਿੱਟੀ ਝਾੜ ਕੇ ਆਪਣੇ ਮੱਥੇ ਤੇ ਲਾਈ। ਉਹਨਾਂ ਦੇ ਕੇਸ ਵਾਰੇ ਕਈ ਸਿੰਘ ਜਿਹੜੇ ਹਨ ਉਹਨਾਂ ਦੇ ਜ਼ਖਮ ਵਹਿ ਰਹੇ ਸਨ, ਭਾਵ ਜ਼ਖਮਾਂ ਦੇ ਵਿੱਚੋਂ ਖੂਨ ਵਹਿ ਰਿਹਾ ਸੀਗਾ। ਕਹਿੰਦੇ ਰਾਤ ਢਾਲ ਦੇ ਵਿੱਚ ਪਾਣੀ ਗਰਮ ਕਰਕੇ ਇੱਕ ਗਰਮ ਕੱਪੜੇ ਦੇ ਨਾਲ ਗੁਰੂ ਮਹਾਰਾਜ ਨੇ ਉਹ ਜ਼ਖਮ ਆਪ ਆਪਣੇ ਹੱਥਾਂ ਦੇ ਨਾਲ ਸਾਫ਼ ਕੀਤੇ, ਆਪਣੇ ਹੱਥਾਂ ਦੇ ਨਾਲ ਉਹ ਜ਼ਖਮ ਧੋਏ ਤਾਂ ਕਿ ਕਿਤੇ ਸਵੇਰ ਨੂੰ ਇਹ ਜ਼ਖਮ ਜਿਹੜਾ ਹੈ ਸਿੱਖ ਨੂੰ ਜੰਗ ਵਿੱਚ ਲੜਨ ਲਈ ਕਿਤੇ ਰੁਕਾਵਟ ਨਾ ਬਣ ਜਾਏ। ਭਾਵ ਉਹ ਸਾਰੀ ਰਾਤ ਗੁਰੂ ਕਲਗੀਧਰ ਮਹਾਰਾਜ ਜੀ ਨੇ ਇਸ ਤਰ੍ਹਾਂ ਹੀ ਜਿਹੜੀ ਹੈ ਉਹ ਗੁਜ਼ਾਰ ਦਿੱਤੀ। ਸਵੇਰ ਹੋਈ, 12ਵੀਂ ਮੁਲਖਈਆ ਚੜਿਆ ਖੜਿਆ ਸੀਗਾ। ਗਿਣਤੀ ਕਿੰਨੀ ਕੁ ਹੈ ਇਹਦਾ ਕੋਈ ਜਾਇਜ਼ਾ ਨਹੀਂ। ਇੱਕ ਮੁਹਾਵਰਾ ਬਣਿਆ ਹੋਇਆ ਹੈ ਕਿ 10 ਲੱਖ ਬਾਹਰ ਫੌਜ ਸੀ। ਇੱਕ ਮੁਹਾਵਰਾ ਹੈ, ਮੁਹਾਵਰੇ ਦਾ ਭਾਵ ਇਹ ਹੁੰਦਾ ਹੈ ਕਿ ਜਦੋਂ ਬਾਹਰ ਪਤਾ ਨਹੀਂ ਹੈ ਕਿੰਨੀ ਕੁ ਗਿਣਤੀ ਹੈ, ਇਸ ਕਰਕੇ ਅਖਾਣ ਵਿੱਚ ਕਹਿ ਦਿੱਤਾ ਗਿਆ ਕਿ 10 ਲੱਖ ਹੈ। ਉਹ ਕਿੰਨੀ ਹੈ ਇਹਦੇ ਬਾਰੇ ਕਿਸੇ ਇਤਿਹਾਸਕਾਰ ਨੇ ਸਪਸ਼ਟ ਨਹੀਂ। ਇਹ ਪੰਜਾਬੀ ਦਾ ਅਖਾਣ ਹੈ ਕਿ ਬਾਹਰ ਫੌਜ ਬੜੀ ਵੱਡੀ ਸੀ। ਕਿਉਂ ਵੱਡੀ ਸੀ? ਉਹਦੇ 'ਚ 22 ਪਹਾੜੀ ਰਾਜੇ ਸਨ। ਉਹਦੇ ਵਿੱਚ 5 ਸਟੇਟਾਂ ਦੇ ਜਿਹੜੇ ਸੂਬੇਦਾਰ ਸਨ, ਲਾਹੌਰ ਦਾ, ਮੁਲਤਾਨ ਦਾ, ਸਰਹੰਦ ਦਾ, ਦਿੱਲੀ ਦਾ
ਤੇ ਰਾਜਪੂਤਾਨੇ ਤੋਂ ਜਿਹੜੇ ਰਾਜੇ ਸਨ ਉਹ ਆ ਕੇ ਇਹਦੇ ਨਾਲ ਹੋਰ ਜਿਹੜੇ ਰੰਗੜ ਸਨ ਉਹ ਜੁੜੇ ਹੋਏ ਸਨ। ਭਾਵ ਇੱਕ ਵੱਡੀ ਫੌਜ ਜਿਹੜੀ ਹੈ ਉਹ ਬਾਹਰ ਘੇਰਾ ਪਾ ਕੇ ਬੈਠੀ ਹੋਈ ਸੀ। ਸਵੇਰ ਹੋਈ, ਉਹਨਾਂ ਨੇ ਸੋਚਿਆ ਕਿ ਕਿਉਂ ਨਾ ਗੜੀ ਤੇ ਸਿੱਧਾ ਹਮਲਾ ਕਰਕੇ ਗੁਰੂ ਕਲਗੀਧਰ ਮਹਾਰਾਜ ਅਤੇ ਬਾਕੀ ਸਿੰਘਾਂ ਨੂੰ ਫੜ ਲਿਆ ਜਾਏ। ਫਿਰ ਉਹਨਾਂ ਦੇ ਮਨ ਵਿੱਚ ਆਇਆ ਕਿ ਕਿਤੇ ਵੱਡੀ ਗਿਣਤੀ ਦੇ ਵਿੱਚ ਸਿੱਖ ਨਾ ਅੰਦਰ ਬੈਠੇ ਹੋਣ। ਉਹਨਾਂ ਨੇ ਕੀ ਕੀਤਾ, ਗੜੀ ਦਾ ਦਰਵਾਜ਼ਾ ਤੋੜਨ ਦੇ ਲਈ ਕੋਸ਼ਿਸ਼ਾਂ ਕੀਤੀਆਂ। ਜਦੋਂ ਅੰਦਰ ਬੈਠੇ ਸਿੱਖਾਂ ਨੂੰ ਪਤਾ ਲੱਗਾ ਕਿ ਬਾਹਰੋਂ ਗੜੀ ਦਾ ਦਰਵਾਜ਼ਾ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਸਿੱਖਾਂ ਨੇ ਤੀਰਾਂ ਦੇ ਨਾਲ, ਬੰਦੂਕਾਂ ਦੇ ਨਾਲ, ਜੋ ਵੀ ਉਹਨਾਂ ਕੋਲ ਹਥਿਆਰ ਸੀਗਾ ਉਹਨਾਂ ਦੇ ਨਾਲ ਤਾਬੜ ਤੋੜ ਇੱਕ ਤਗੜਾ ਹਮਲਾ ਕਰ ਦਿੱਤਾ। ਉਸ ਤਗੜੇ ਹਮਲੇ ਦੇ ਵਿੱਚ ਸਾਰੀ ਫੌਜ ਜਿਹੜੀ ਹੈ ਪਿੱਛੇ ਹਟ ਗਈ ਤੇ ਉਹਨਾਂ ਦੇ ਮਨ ਵਿੱਚ ਇੱਕ ਡਰ ਪੈਦਾ ਹੋ ਗਿਆ ਕਿ ਅੰਦਰ ਇੱਕ ਵੱਡੀ ਗਿਣਤੀ ਦੇ ਵਿੱਚ ਸਿੱਖ ਬੈਠੇ ਨੇ। ਇਹ ਯੁੱਧ ਦੀ ਇੱਕ ਨੀਤੀ ਹੁੰਦੀ ਹੈ। ਇਸ ਨੀਤੀ ਨੂੰ ਸਿੱਖਾਂ ਨੇ ਬੜੇ ਥਾਵਾਂ ਤੇ ਅਪਣਾਇਆ। ਜਦੋਂ ਉਹ ਮੁਸ਼ਕਲਾਂ ਦੇ ਵਿੱਚ ਵੀ ਘਿਰੇ ਸਨ, ਜਿਵੇਂ ਅਸੀਂ ਵੱਡਾ ਘੱਲੂਘਾਰਾ, ਛੋਟਾ ਘੱਲੂਘਾਰਾ ਜਾਂ ਬਾਕੀ ਇਤਿਹਾਸ ਪੜ੍ਹਦੇ ਉਹਦੇ ਵਿੱਚ ਵੀ ਸਿੱਖ ਇਹ ਨੀਤੀ ਅਪਣਾਉਂਦੇ ਸਨ ਕਿ ਹੁੰਦੇ ਉਹ ਥੋੜੀ ਗਿਣਤੀ ਦੇ ਵਿੱਚ ਸਨ, ਪਰ ਉਹ ਇੱਕ ਵਾਰ ਹਮਲਾ ਐਡਾ ਕੁ ਤਗੜਾ ਕਰਦੇ ਸਨ ਕਿ ਸਾਹਮਣੇ ਵਾਲੇ ਦੇ ਪੈਰ ਨਿਕਲ ਜਾਂਦੇ ਸਨ। ਉਹਨੂੰ ਇਹ ਹੁੰਦਾ ਸੀ ਕਿ ਸਿੰਘ ਵੱਡੀ ਗਿਣਤੀ ਦੇ ਵਿੱਚ ਹਨ। ਇੱਕ ਨੀਤੀ ਹੈ ਯੁੱਧ ਦੀ, ਇਹਨੂੰ ਗੁਰਿੱਲਾ ਨੀਤੀ ਕਹਿੰਦੇ ਨੇ, ਇਹਨੂੰ ਗੁਰਿੱਲਾ ਨੀਤੀ ਆਖਿਆ ਜਾਂਦਾ ਹੈ। ਸੋ ਉਸ ਨੀਤੀ ਨੂੰ ਉੱਥੇ ਅਪਣਾ ਕੇ ਜਦੋਂ ਵੱਡਾ ਹਮਲਾ ਕੀਤਾ ਗਿਆ, ਸਾਹਮਣੇ ਵਾਲੀ ਫੌਜ ਦੇ ਪੈਰ ਨਿਕਲ ਗਏ ਕਿ ਅੰਦਰ ਸਿੱਖ ਵੱਡੀ ਗਿਣਤੀ ਦੇ ਵਿੱਚ ਹਨ। ਫਿਰ ਕੀ ਹੋਇਆ, ਦੁਸ਼ਮਣਾਂ ਨੇ ਇੱਕ ਵਿਉਂਤ ਬਣਾਈ ਕਿ ਕਿਉਂ ਨਾ ਹੋਵੇ ਗੜੀ ਦੇ ਵਿੱਚ ਚੜ੍ਹ ਕੇ ਵੇਖਿਆ ਜਾਵੇ ਕਿ ਅੰਦਰ ਕਿੰਨੇ ਕੁ ਨੇ। ਫਿਰ ਇੱਕ ਜਰਨੈਲ ਜਿਹੜਾ ਜਿਹਦਾ ਨਾਮ ਆਇਆ ਹੈ ਨਾਰ ਖਾਨ, ਉਸ ਨਾਰ ਖਾਨ ਨੂੰ ਇਹ ਹੁਕਮ ਕੀਤਾ ਗਿਆ, ਉਹ ਕਹਿੰਦਾ ਕਿ ਮੈਂ ਪੌੜੀ ਲਾ ਕੇ ਦੇਖਦਾ ਕਿ ਅੰਦਰ ਕਿੰਨੇ ਕੁ ਸਿੱਖ ਨੇ। ਉਹ ਪੌੜੀ ਲਾ ਕੇ ਨਾਰ ਖਾਨ ਜਦੋਂ ਤਾਂ ਚੜ੍ਹਨ ਲੱਗਾ, ਉਹਦਾ ਸਿਰ ਕੰਧ ਦੀ ਦੀਵਾਰ ਤੋਂ ਤਾਂ ਹੋਇਆ। ਕਹਿੰਦੇ ਗੁਰੂ ਕਲਗੀਧਰ ਮਹਾਰਾਜ ਉੱਪਰ ਬੈਠੇ ਸਨ, ਉਹਨਾਂ ਨੇ ਐਸਾ ਤੀਰ ਮਾਰਿਆ ਸਿੱਧ ਕੇ ਉਹਦੇ ਇੱਕ ਕੰਨ ਥਾਣੀ ਵੱਜਾ ਤੇ ਦੂਜੇ ਥਾਣੀ ਬਾਹਰ ਨਿਕਲ ਗਿਆ ਤੇ ਨਾਰ ਖਾਨ ਉਹ ਧਰਤੀ ਤੇ ਪਿਆ। ਇਹ ਨਿਸ਼ਾਨਾ ਸੀ ਗੁਰੂ ਕਲਗੀਧਰ ਮਹਾਰਾਜ ਜੀ ਦਾ, ਉਹਨਾਂ ਦੇ ਹੱਥਾਂ ਦੇ ਨਿਸ਼ਾਨੇ ਸਨ ਕਿ ਉਹ ਐਸੇ ਸਿੱਧ ਕੇ ਨਿਸ਼ਾਨੇ ਲਾਉਂਦੇ ਸਨ ਕਿ ਦੁਸ਼ਮਣ ਪਾਣੀ ਵੀ ਨਹੀਂ ਮੰਗਦਾ ਸੀਗਾ। ਉਹ ਜਦੋਂ ਧਰਤੀ ਤੇ ਡਿੱਗਾ ਤੇ ਇੱਕ ਦੂਜਾ ਜਰਨੈਲ ਸਾਹਮਣੇ ਹੋਇਆ, ਜਿਹਦਾ ਨਾਮ ਇਤਿਹਾਸ ਨੇ ਗਨੀ ਖਾਂ ਜਿਹੜਾ ਹੈ ਉਹ ਬਿਆਨਿਆ ਹੈ। ਉਹ ਵੀ ਗਾਂ ਆਇਆ। ਸਤਿਗੁਰੂ ਜੀ ਨੇ ਜਦੋਂ ਉਹ ਤਾਂ ਹੋਣ ਲੱਗਾ, ਉਹਦੇ ਸਿਰ ਵਿੱਚ ਬੁਰਜ ਮਾਰਿਆ, ਉਹ ਵੀ ਪੌੜੀ ਤੋਂ ਠਾਹ ਡਿੱਗਿਆ। ਇੱਕ ਤੀਜਾ ਜਰਨੈਲ ਆਇਆ, ਜਿਹਦਾ ਨਾਮ ਖਵਾਜਾ ਮਹਿਮੂਦ ਅਲੀ ਖਾਂ ਹੈ, ਉਹ ਤਾਂ ਆਇਆ। ਪਰ ਜਦੋਂ ਉਹਨੇ ਵੇਖਿਆ ਕਿ ਸਾਹਮਣੋਂ ਤੋਂ ਜਿਹੜਾ ਜਾਂਦਾ ਹੈ ਉਹ ਮੌਤ ਦਾ ਪਿਆਲਾ ਲੈ ਕੇ ਵਾਪਸ ਮੁੜ ਆਉਂਦਾ ਹੈ, ਕੋਈ ਵੀ ਜਿਉਂਦਾ ਨਹੀਂ ਮੁੜਦਾ, ਉਹ ਵਿਚਾਰਾ ਡਰਦਾ ਡਰਾਉਂਦਾ ਕੰਧ ਤੇ ਓਲੇ ਹੋ ਕੇ ਆਪਣੀ ਜਾਨ ਬਚਾ ਕੇ ਵਾਪਸ ਮੁੜ ਗਿਆ ਹੈ। ਇਸ ਤਰੀਕੇ ਦੇ ਨਾਲ ਇਹ ਜੰਗ ਜਿਹੜੀ ਸਵੇਰੇ ਸ਼ੁਰੂ ਹੋਈ ਸੀ, ਦੁਪਹਿਰਾਂ ਦਾ ਸਮਾਂ ਆ ਗਿਆ। ਅਗਲਿਆਂ ਦਾ ਵੀ ਹਿਆ ਨਾ ਪਏ ਕਿ ਹੋਈਏ ਤੇ ਹੋਈਏ ਕਿਵੇਂ ਲੱਗੇ, ਕਿਉਂਕਿ ਜਿਹੜਾ ਜਾਂਦਾ ਹੈ ਉਹੀ ਮਰ ਜਾਂਦਾ ਹੈ, ਜਿਹੜਾ ਜਾਂਦਾ ਹੈ ਉਹੀ ਮਰ ਜਾਂਦਾ ਹੈ। ਇਸ ਤੋਂ ਬਾਅਦ ਉਹਨਾਂ ਨੇ ਆਖਿਆ ਕਿ ਵੱਡੀ ਤਾਕਤ ਦੇ ਨਾਲ ਇੱਕ ਵੱਡਾ ਹਮਲਾ ਕੀਤਾ ਜਾਏ। ਇਸ ਗੱਲ ਦੀ ਖਬਰ ਅੰਦਰ ਵੀ ਲੱਗੀ, ਅੰਦਰੋਂ ਵੀ ਜਥਾ ਇੱਕ ਤਿਆਰ ਕਰਕੇ ਗੁਰੂ ਮਹਾਰਾਜ ਨੇ ਗੜੀ ਦਾ ਕਿਲਾ ਖੋਲਿਆ, ਬਾਹਰ ਭੇਜਿਆ। ਉਹ ਜਥਾ ਲੜਿਆ। ਹੁਣ ਜਥੇ ਕਿੱਡੇ ਕਿੱਡੇ ਸਨ, 5 ਸਿੱਖਾਂ ਦੇ 7 ਸਿੱਖਾਂ ਦੇ ਜਥੇ ਸਨ। ਅੰਦਰ ਸਾਰੀ ਟੋਟਲ ਗਿਣਤੀ 45 ਸੀ, ਕੁੱਲ ਗਿਣਤੀ 45 ਸੀ। ਗੁਰੂ ਕਲਗੀਧਰ ਮਹਾਰਾਜ ਤੇ ਸਾਹਿਬਜ਼ਾਦਿਆਂ ਤੇ ਪਿਆਰਿਆਂ ਸਮੇਤ ਕੁੱਲ ਗਿਣਤੀ 45 ਸੀ। 5 ਸਿੱਖ ਬਾਹਰ ਜਾਂਦੇ ਨੇ, ਲੜਦੇ ਨੇ ਤੇ ਸ਼ਹੀਦ ਹੋ ਜਾਂਦੇ ਨੇ, ਪਰ ਅਗਲਿਆਂ ਨੂੰ ਰੋਕ ਲੈਂਦੇ ਨੇ। ਇਸ ਜਥੇ ਦੇ ਵਿੱਚ ਕਹਿੰਦੇ ਵਾਰੀ ਬਾਬਾ ਅਜੀਤ ਸਿੰਘ ਦੀ ਆ ਗਈ, ਕਿਉਂਕਿ ਉਹ ਵੀ ਇੱਕ ਜਥੇ ਦੀ ਅਗਵਾਈ ਕਰ ਰਹੇ ਹਨ। ਪਿੱਛੇ ਆਪਾਂ ਇਹ ਗੱਲ ਮੈਂ ਤੁਹਾਨੂੰ ਸੁਣਾ ਕੇ ਆਇਆ। ਉਹਨਾਂ ਦੀ ਵਾਰੀ ਆ ਗਈ। ਉਹ ਗੁਰੂ ਕਲਗੀਧਰ ਮਹਾਰਾਜ ਦੇ ਸਾਹਮਣੇ ਹੱਥ ਜੋੜ ਕੇ ਖਲੋ ਗਏ। ਕਹਿੰਦੇ ਪਿਤਾ ਜੀ ਸਾਨੂੰ ਵੀ ਆਗਿਆ ਦਿਓ, ਅਸੀਂ ਵੀ ਜੰਗ ਵਿੱਚ ਜੂਝਣਾ ਚਾਹੁੰਦੇ ਹਾਂ, ਜੂਝ ਕੇ ਮਰਨਾ ਚਾਹੁੰਦੇ ਹਾਂ। ਕਹਿੰਦੇ ਗੁਰੂ ਕਲਗੀਧਰ ਮਹਾਰਾਜ ਨੇ ਆਪਣੇ ਹੱਥੀਂ ਆਪਣੇ ਪੁੱਤਰ ਦੇ ਸਿਰ ਤੇ ਕਲਗੀ ਲਾਈ, ਉਹਦੇ ਹਥਿਆਰ ਸਜਾਏ, ਉਹਦੇ ਸਰੀਰ ਤੇ ਕੱਲਾ ਕੱਲਾ ਸ਼ਸਤਰ ਆਪਣੇ ਹੱਥੀਂ ਉਵੇਂ ਸਜਾਇਆ ਜਿਵੇਂ ਘਰ ਦੇ ਵਿੱਚ ਬੱਚੇ ਦਾ ਵਿਆਹ ਹੋਵੇ ਤੇ ਮਾਂ ਪਿਓ ਬੜੀ ਖੁਸ਼ੀ ਦੇ ਨਾਲ ਆਪਣੇ ਬੱਚੇ ਨੂੰ ਤਿਆਰ ਕਰਦੇ ਹਨ, ਬੜੀ ਖੁਸ਼ੀ ਦੇ ਨਾਲ ਉਹਦੀ ਤਿਆਰੀ ਕਰਦੇ ਹਨ, ਉਹਦੇ ਸੂਟ ਬੂਟ ਪਾਉਂਦੇ ਹਨ। ਗੁਰੂ ਮਹਾਰਾਜ ਨੇ ਆਪਣੇ ਹੱਥੀਂ ਆਪਣੇ ਬੱਚੇ ਨੂੰ ਤਿਆਰ ਕੀਤਾ, ਨਾਲ 6 ਕੁ ਸਿੰਘ ਦਿੱਤੇ ਤੇ ਬਾਬਾ ਅਜੀਤ ਸਿੰਘ ਲੜਨ ਵਾਸਤੇ ਮੈਦਾਨੇ ਜੰਗ ਦੇ ਵਿੱਚ ਚਲਾ ਗਿਆ। ਬਾਬਾ ਅਜੀਤ ਸਿੰਘ ਜਦੋਂ ਮੈਦਾਨੇ ਜੰਗ ਵਿੱਚ ਗਿਆ ਤੇ ਕਹਿੰਦੇ ਦੁਸ਼ਮਣ ਕਹਿੰਦੇ ਫੜ
फड़ लो, गुरु गोबिंद सिंह महाराज जी का फरजंद आ गया है, फड़ लो। बाबा अजीत सिंह ने बड़े भरमे वार किए, कई दुश्मनों को जिहड़ा उन्होंने मौत के घाट उतार दिता, ते कुछ दुश्मनों ने बाबा अजीत सिंह जी ते वार किए, जिहदे नाल वो शहीद हो गए। ये तो इतिहास ने यह गल लिखी है कि इस सारी जंग नूं, अपने पुत्रां दी जंग नूं गुरु कलगीधर महाराज ने अपनियां अखां दे नाल वेखिया। जदों बच्चा शहीद होकर धरती ते डिग्गा ते गुरु कलगीधर महाराज जी ने बोले सो निहाल ते सत श्री अकाल दा जयकारा लाया। जदों वड्डा वीर शहीद हो गया, छोटे वीर नूं जदों इस गल दा पता लगा ते छोटे वीर ने भी आख्या, पिता जी मैं भी अपने भरा की तरह मैदाने जंग विच जूझना चाहुंदा हां, जूझ के मरना चाहुंदा हां, शहीदी दा प्याला पीना चाहुंदा हां, तुसीं मैनूं भी आग्या दो। कहंदे विचों कुछ सिंघां ने आख्या, महाराज इस नूं ते अपने कोल रख लो। दो छोटे पता नहीं कित्थे चले गए ने, माता जी कित्थे चले गए ने, तुहाडे महल कित्थे चले गए ने, इहदी अजे तक खबर नहीं, चलो इनू ते अपने कोल रख लो। पर गुरु कलगीधर महाराज ने आख्या, तुसीं सारे मेरे पुत्र हो, तुसीं सारे मेरे पुत्रां तो वध के हो, कल्ले मेरे पुत्र नहीं, तुसीं भी मेरे पुत्र हो, तुसीं मेरे फरजंद हो, ये खालसा मेरा पुत्र है। कहंदे महाराज जी ने छोटे साहिबजादे बाबा जुझार सिंह नूं भी तैयार किया, अपने हथी ते मैदाने जंग विच भेज दिता। नाल प्यारियां दे विचों भाई प्यारियां दे विचों भी दो प्यारे जिहड़े हन वो गुरु महाराज ने नाल दिते। ये सत सिंघां दा जथा भी जिहड़ा है लड़दा होया शहीद हो गया। इत्थे भी गुरु महाराज ने जयकारे गजाए। इस तरीके दे नाल कहंदे जदों बाबा जुझार सिंह जी शहीद होए, उस वक्त सूरज जिहड़ा है वो भी छिप गया ते उन्हां दिनां दे विच ਇਹ जंग का असूल सीगा कि सूरज छिपे तो बाद जंग नहीं सी लड़ी जाती, जंग खत्म हो गई, वो दुश्मन पिछे हट गए, इधर सिंह भी गड़ी दे विच कोई 7-8 ही रह गए। तुसीं वेखो बाहर 45 सिंघां ने पूरा दिन जिहड़ा है बाहर दे बेअंत मुलखईए नूं रोक के रखिया। इस तरीके दे नाल रात हो गई। उस रात दे विच की होया, अंदर गड़ी दे विच की वापरिया, गुरु कलगीधर महाराज किवें बाहर निकले, इस नूं असीं कल नूं समझण दी जिहड़ा है वो अगे कोशिश करांगे। अज मैं इतिहास दी लड़ी नूं इत्थे ही विश्राम देना हां। आओ गुरबाणी दे इस शब्द नूं असीं पढ़न दी कोशिश करिए, जिहड़ा शब्द आपां पहिला पढ़िया सीगा कि मरने ते क्या डरपना जो हाथ संधौरा लीन। संधौरे दा अर्थ हुंदा है हिंदू धर्म में एक रस्म है जिन्हों कहते सन सती प्रथा। ये रस्म अंग्रेजा ने बंद की सी। किसी का पति मर जाना, ओदी पत्नी नूं बिना ओदे इच्छा तो जदों ओदे हाथ ते संधोरिया होया नारियल रख दिता जांदा सी ते ओनू फिर यकीन करना पैंदा सी कि मैनू भी अपने पति दे नाल सड़ना ही पएगा, मरना ही पएगा। ओदी उदाहरण दिती, कहंदे जिवें एक पत्नी नूं यह यकीन हो जाता है कि घरदियां ने शरीके वालियां ने मेरे हाथ ते नारियल रख दिता है, हुण मैनू सड़ना पएगा। कहंदे इवें मैदाने जंग विच जिहड़े सूरमे हुंदे ने ना, जदों मैदान भखिया होवे ते फिर वो ये नहीं सोचते कि असीं बच जावांगे, उदों ये सोचते ने हुण मरना है ते मरना ही है। इस करके इस शब्द नूं आओ जिवें साहिबजादियां ने यह सोच लिया कि यह मैदाने जंग है, इहदे विच शहादतां पाउणियां ने, सिखां ने सोच लिया कि इहदे विच शहादतां पैणीਆਂ पैणीਆਂ ने। इस करके शब्द नूं सारे जने ध्यान चलिओ। आओ सारे जने एक बारी पढ़दे आ। मरने ते क्या डरपना, मरने ते क्या डरपना, मरने ते क्या डरपना, मरने ते क्या डरपना, जो हासंदौरा लीना, जो हासंदौरा लीना, मरने ते क्या डरपना, मरने ते क्या डरपना, जो हासंदौरा लीना, जो हासंदौरा लीना, जो हासंदौरा लीना, जो हासंदौरा लीना। होइयां भुलां गलतियां दी आप सारी साध संगत ने खिमा करनी।
ਗੱਜ ਵੱਜ ਕੇ ਸਭ ਨੇ ਕਹਿਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ